ਹੁਣ ਇੱਕ ਮਸਲਾ ਜਿਹੜਾ ਸੰਗਤ ਵਾਰ-ਵਾਰ ਸਵਾਲ ਪੁੱਛ ਰਹੀ ਆ, ਫੋਨ ਵੀ ਕਰ ਕਰਕੇ ਸਾਨੂੰ ਕਹਿ ਰਹੇ ਨੇ ਕਿ ਜਦੋਂ ਤਨਖਾਹੀਆ ਕਰਾਰ ਦੇ ਦਿੱਤਾ ਜਾਂਦਾ ਕਿਸੇ ਨੂੰ, ਤਾਂ ਉਹ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਜਿਸ ਇਨਸਾਨ ਨੂੰ ਤਨਖਾਹੀਆ ਐਲਾਨ ਕਰ ਦਿੱਤਾ ਗਿਆ, ਕਰਾਰ ਦੇ ਦਿੱਤਾ ਗਿਆ, ਤਨਖਾਹੀਆ ਐਲਾਨ ਕਰ ਦਿੱਤਾ ਗਿਆ, ਉਸ ਬੰਦੇ ਦੀ ਜ਼ਿੰਦਗੀ ਦੇ ਉੱਪਰ ਕੀ ਪ੍ਰਭਾਵ ਪੈਂਦਾ ਆ? ਕੀ ਤਨਖਾਹੀਆ ਹੋਣਾ ਕਿਸੇ ਕਿਸਮ ਦੀ ਕੋਈ ਸਜ਼ਾ ਆ, ਜਾਂ ਜਸਟ ਕਹਿ ਦੇਣਾ ਵੀ ਇਹ ਤਨਖਾਹੀਆ ਹੋ ਗਿਆ ਤੇ ਇਹਦਾ ਮਤਲਬ ਕੀ ਬਣਦਾ ਆ? ਸੋ ਬਹੁਤ ਸਾਰੇ ਲੋਕਾਂ ਨੂੰ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਤਨਖਾਹੀਆ ਕਰਾਰ ਦੇਣ ਦਾ ਮਤਲਬ ਨਹੀਂ ਪਤਾ ਵੀ ਤਨਖਾਹ ਦੇਣ ਦੀ ਜੋ ਵਿਧੀ ਵਿਧਾਨ ਆ ਜਾਂ ਤਨਖਾਹੀਆ ਐਲਾਨਣ ਤੋਂ ਬਾਅਦ ਉਸ ਵਿਅਕਤੀ ਦੇ ਉੱਪਰ ਕੀ ਅਸਰ ਪੈਂਦਾ ਆ। ਸੋ ਇੱਕ ਤਾਂ ਇਹ ਸਵਾਲ ਆ। ਦੂਸਰਾ ਸਵਾਲ ਇਹ ਆ ਕਿ ਜਿਵੇਂ ਹੁਣ ਗਿਆਨੀ ਰਣਜੀਤ ਸਿੰਘ ਦੇ ਉੱਪਰ ਵੀ ਪੰਜ ਪਿਆਰਿਆਂ ਨੇ ਜਿਹੜੀ ਮੋਹਰ ਲਾਈ ਆ ਕਿ ਦਸਵੰਧ ਦੀ ਜਿਹੜੀ ਭੇਟਾ ਸੀ, ਪੈਸਾ ਸੀ, ਉਹਦਾ ਉਹਨਾਂ ਨੇ ਦੁਰਵਰਤੋਂ ਕੀਤੀ ਆ। ਸੋ ਹਿੱਤ ਹੋਣਾ ਨੇ, ਜਿਹੜੇ ਸਵਰਗਵਾਸੀ ਅਕਾਲ ਚਲਾਣਾ ਕਰ ਚੁੱਕੇ ਨੇ ਸਰਦਾਰ ਅਵਤਾਰ ਸਿੰਘ ਹਿੱਤ ਜੀ, ਉਹਨਾਂ ਨੇ ਤੇ ਡਾਕਟਰ ਸਮਰਾ ਨੇ ਵੀ ਕਥਿਤ ਤੌਰ ਤੇ ਇਲਜ਼ਾਮ ਲਾਏ ਨੇ ਕਿ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਕਰੋੜਾਂ ਰੁਪਏ ਦਾ ਕਥਿਤ ਤੌਰ ਤੇ ਗਬਨ ਕੀਤਾ, ਘੁਟਾਲਾ ਕੀਤਾ। ਸੋ ਸੰਗਤ ਇਹ ਵੀ ਸਵਾਲ ਕਰ ਰਹੀ ਹੈ ਕਿ ਜੇ ਹੁਣ ਉਹਨਾਂ ਨੂੰ ਤਨਖਾਹੀਆ ਐਲਾਨ ਕਰ ਹੀ ਦਿੱਤਾ ਤਾਂ ਉਹ ਪੈਸੇ ਦੀ ਵਸੂਲੀ ਕਿਵੇਂ ਹੋਏਗੀ? ਕੀ ਹੁਣ ਉਸ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਕੀ ਇਸੇ ਤਰੀਕੇ ਨਾਲ ਛੱਡ ਦਿੱਤਾ ਜਾਏਗਾ ਵੀ ਚਲੋ ਹੁਣ ਆਪਣੀ ਤੁਸੀਂ ਮਰਜ਼ੀ ਕਰੋ, ਪੈਸੇ ਦੀ ਵਸੂਲੀ ਕਿਸੇ ਤਰੀਕੇ ਨਹੀਂ ਹੋ ਸਕਦੀ? ਸੋ ਇਹਦੇ ਸੰਬੰਧ ਦੇ ਵਿੱਚ ਹੀ ਅਸੀਂ ਗੱਲ ਕਰਾਂਗੇ। ਸਾਡੇ ਨਾਲ ਹੋਣਗੇ ਫੋਨ ਲਾਈਨ ਦੇ ਉੱਪਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਐਗਜ਼ੀਕਿਊਟਿਵ ਮੈਂਬਰ ਨੇ। ਸੋ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਵਿਅਕਤੀ ਦੀ ਜ਼ਿੰਦਗੀ ਦੇ ਉੱਪਰ ਕੀ ਅਸਰ ਪੈਂਦਾ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਾਫੀ ਸੰਗਤਾਂ ਨਾ ਪੁੱਛ ਰਹੀਆਂ ਸੀ ਫੋਨ ਕਰ ਕਰਕੇ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਤਖਤ ਪਟਨਾ ਸਾਹਿਬ ਦੇ ਉੱਪਰ ਬੜਾ ਸ਼ਰਮਨਾਕ ਵਿਵਾਦ ਜਿਹੜਾ ਚੱਲ ਰਿਹਾ ਸਿੱਖ ਕੌਮ ਦੇ ਵਿੱਚ ਇੱਕ ਜੀ, ਤਾਂ ਉੱਥੋਂ ਜਿਹੜੇ ਉੱਥੇ ਦੇ ਮੌਜੂਦਾ ਸਿੰਘ ਸਾਹਿਬ ਸੀ, ਜਥੇਦਾਰ ਸੀ, ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਆ। ਤਾਂ ਸੰਗਤਾਂ ਇਹ ਸਵਾਲ ਪੁੱਛ ਰਹੀਆਂ ਨੇ ਕਿ ਤਨਖਾਹੀਆ ਚਾਹੇ ਕਿਸੇ ਨੂੰ ਵੀ ਹੋਵੇ, ਆਪਾਂ ਹੁਣ ਸਿੰਘ ਸਾਹਿਬ ਦੀ ਗੱਲ ਨਹੀਂ ਕਰ ਰਹੇ, ਸਵਾਲ ਬੜਾ ਵੱਡਾ ਬਣ ਚੁੱਕਿਆ ਕਿ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਜਿਸ ਬੰਦੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਆ, ਉਹਦੀ ਜ਼ਿੰਦਗੀ ਦੇ ਉੱਪਰ ਕਿਹੋ ਜਿਹਾ ਅਸਰ ਪੈਂਦਾ? ਕੀ ਤਨਖਾਹੀਆ ਕਰਾਰ ਸਿਰਫ ਇੱਕ ਲਫ਼ਜ਼ ਆ ਜਾਂ ਇਹ ਕਿਸੇ ਕਿਸਮ ਦੀ ਕੋਈ ਸਿੱਖਾਂ ਦੇ ਵਿੱਚ ਸਜ਼ਾ ਵੀ ਆ? ਇਹਨੂੰ ਸਜ਼ਾ ਵੀ ਮੰਨਿਆ ਜਾਂਦਾ ਹੈ? ਅਸਲ ਦੇ ਵਿੱਚ ਤਾਂ ਇਹ ਸਾਡੀ ਗੁਰੂ ਪਰੰਪਰਾ ਦੇ ਵਿੱਚੋਂ ਇਹ ਵੀ ਸਿੱਖਾਂ ਦੇ ਉੱਤੇ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਆ ਜੀ, ਕਿ ਜਿਹੜਾ ਇਹ ਇੱਕ ਸਾਨੂੰ ਸੰਕਲਪ ਮਿਲਿਆ। ਦੇਖੋ, ਪੰਜਾਂ ਪਿਆਰਿਆਂ ਦੀ ਇੱਕ ਰਵਾਇਤ ਹੈ, ਜਦੋਂ ਅੰਮ੍ਰਿਤਪਾਨ ਅਸੀਂ ਕਰਦੇ ਹਾਂ ਜੀ ਜੀ ਜੀ, ਤੇ ਸਾਨੂੰ ਰਹਿਤ ਮਰਜ਼ਾਦਾ, ਰਹਿਣੀ ਬਹਿਣੀ ਜੀ ਬਖਸ਼ਿਸ਼ ਹੁੰਦੀ ਹੈ, ਨਾਮ ਦੀ ਦਾਤ ਬਖਸ਼ਿਸ਼ ਹੁੰਦੀ ਹੈ ਜੀ। ਤੇ ਜਦੋਂ ਕਿਸੇ ਵੀ ਸਿੱਖ ਦੇ ਕੋਲੋਂ ਵਜਰ ਕੁਰਹਿਤ ਜਾਂ ਕੁਰਹਿਤ ਹੋ ਜਾਂਦੀ ਹੈ ਜੀ, ਤੇ ਉਹ ਸਿੱਖ ਉਸ ਵਕਤ ਫਿਰ ਪੰਜਾਂ ਸਿੰਘਾਂ ਦੇ ਪੇਸ਼ ਹੁੰਦਾ ਜੀ। ਉੱਥੇ ਜਾ ਕੇ ਉਹ ਆਪਣੀ ਜਿਹੜੀ ਆ ਗਲਤੀ ਦੱਸਦਾ ਜੀ, ਤੇ ਉਸ ਤੋਂ ਬਾਅਦ ਪੰਜ ਪਿਆਰੇ ਜਿਹੜੇ ਨੇ ਉਹਨੂੰ ਤਨਖਾਹ ਸੇਵਾ ਜਿਹੜੀ ਆ ਲਾ ਕੇ ਜੀ ਉਹ ਜਿਹੜੀ ਆ ਬਖਸ਼ਿਸ਼ ਹੋ ਜਾਂਦੀ ਹੈ ਤੇ ਬੰਦਾ ਬਖਸ਼ਿਆ ਜਾਂਦਾ ਜੀ। ਤੇ ਜਿਹੜੇ ਸਾਡੇ ਮਸਲਾ ਹੈ ਸਿੰਘ ਸਾਹਿਬਾਨਾਂ ਦਾ, ਜੀ, ਪੁਰਾਤਨ ਸਮੇਂ ਦੇ ਵਿੱਚ ਇੱਕ ਰੀਤ ਸੀ ਕਿ ਜਦੋਂ ਪੰਜਾਂ ਤਖਤਾਂ ਦੇ ਜਿਹੜੇ ਜਥੇਦਾਰ ਨੇ, ਦਰਅਸਲ ਇਹ ਪੰਜ ਪਿਆਰੇ ਹੀ ਨੇ, ਪੰਜ ਤਖਤ ਨੇ। ਜੀ ਜੀ ਜੀ। ਪਰ ਇਹ ਪੰਜੋ ਜਣੇ ਬੈਠ ਕੇ ਕੌਮ ਦਾ ਫੈਸਲਾ ਕਰਦੇ ਨੇ। ਠੀਕ ਹੈ ਜੀ। ਮੰਨ ਲਓ ਹੁਣ ਇਹਨਾਂ ਪੰਜਾਂ ਦੇ ਵਿੱਚੋਂ ਕਿਸੇ ਤੇ ਦੋਸ਼ ਲੱਗ ਗਏ, ਜੀ, ਦੋਸ਼ ਸੱਚੇ ਨੇ ਜਾਂ ਝੂਠੇ ਨੇ ਉਹ ਇੱਕ ਬਾਅਦ ਦਾ ਵਿਸ਼ਾ, ਦੋਸ਼ ਲੱਗ ਗਏ ਜੀ, ਤਾਂ ਉਹ ਕੌਮ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ। ਤਾਂ ਉਸ ਵਕਤ ਫਿਰ ਇਹ ਸੀ ਕਿ ਉਹਨਾਂ ਪੰਜਾਂ ਦੇ ਵਿੱਚੋਂ ਜਿਹੜੇ ਦੇ ਉੱਤੇ ਦੋਸ਼ ਲੱਗੇ ਨੇ ਉਹ ਜਿਹੜਾ ਹੈ ਉਹ ਬਾਹਰ ਹੋਏਗਾ ਜੀ, ਠੀਕ। ਉਹਨਾਂ ਦੀ ਜਗ੍ਹਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਜੀ ਜਾਂ ਹੋਰ ਸਿੰਘ ਸਾਹਿਬਾਨ ਉਹਦੇ ਵਿੱਚ ਉਹ ਕੋਰਮ ਪੂਰਾ ਕਰਕੇ ਫਿਰ ਉਹ ਪੰਜੋ ਜਣੇ ਜੀ ਜਿਹੜੇ ਉਹਦੇ ਤੇ ਦੋਸ਼ ਲੱਗੇ ਹੁੰਦੇ ਨੇ ਉਹਦੀ ਫਿਰ ਜਵਾਬ ਤਲਬੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਠੀਕ ਹੈ ਜੀ। ਤੇ ਉਸ ਵਕਤ ਫਿਰ ਜੇ ਦੋਸ਼ ਸੱਚੇ ਹੋਣ ਤੇ ਉਹਨਾਂ ਨੂੰ ਤਨਖਾਹ ਵੀ ਲੱਗਦੀ ਹੈ। ਠੀਕ ਹੈ ਜੀ।
ਇਹ ਤਾਂ ਸੀ ਇੱਕ ਸਾਡੇ ਸਿੰਘ ਸਾਹਿਬਾਨਾਂ ਦੀ ਇੱਕ ਇਹ ਪੰਥਕ ਪ੍ਰਣਾਲੀ ਜਿਹੜੀ ਪਰੰਪਰਾ ਜੀ। ਪਰ ਹੁਣ ਇਹ ਸਾਡਾ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ ਕਿ ਸਾਡੇ ਜਿਹੜੇ ਜਥੇਦਾਰ ਨੇ ਜੀ, ਅਸੀਂ ਦੇਖ ਰਹੇ ਹਾਂ ਪਿਛਲੇ ਦਹਾਕਿਆਂ ਤੋਂ ਉਹ ਕੌਮੀ ਮਸਲਿਆਂ ਤੋਂ ਜਾਂ ਖਾਸ ਕਰਕੇ ਇਹੋ ਜਿਹੇ ਮਸਲੇ ਨੇ, ਮੈਂ ਸਮਝਦਾ ਕਿ ਜਿਸ ਵਕਤ ਗਿਆਨੀ ਰਣਜੀਤ ਸਿੰਘ ਹੋਰਾਂ ਤੇ ਇਹ ਦੋਸ਼ ਲੱਗੇ, ਜੀ, ਦੋਸ਼ ਝੂਠੇ ਨੇ ਜਾਂ ਦੋਸ਼ ਸੱਚੇ ਨੇ, ਜੀ, ਇਹਦਾ ਨਿਰਣਾ ਕਰ ਲਈ ਉਸ ਵਕਤ ਚਾਹੀਦਾ ਸੀ ਕਿ ਉਸ ਜਿਹੜੀ ਪੁਰਾਤਨ ਸਾਡੀ ਪ੍ਰਣਾਲੀ ਆ ਉਹਦੇ ਅਨੁਸਾਰ ਇਹ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਇਕੱਠੇ ਹੋ ਕੇ ਉਹਦੇ ਵਿੱਚੋਂ ਗਿਆਨੀ ਰਣਜੀਤ ਸਿੰਘ ਨੂੰ ਬਾਹਰ ਰੱਖਿਆ ਜਾਂਦਾ, ਹੈੱਡ ਗ੍ਰੰਥੀ ਦਰਬਾਰ ਸਾਹਿਬ ਨੂੰ ਵਿੱਚ ਲੈ ਕੇ ਤੇ ਉਹਦੀ ਸੁਣਵਾਈ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਕਰਨੀ ਚਾਹੀਦੀ ਸੀ। ਠੀਕ ਹੈ ਜੀ। ਠੀਕ ਹੈ, ਫਿਰ ਹੋ ਸਕਦਾ ਇਹ ਸਵਾਲ ਜਿਹੜੇ ਅੱਜ ਹੁਣ ਉੱਠੇ ਤੇ ਨਹੀਂ ਹੁੰਦੇ। ਪਰ ਹੁਣ ਜਿੱਥੋਂ ਤੱਕ ਕਾਰਵਾਈ ਹੈਗੀ ਪੰਜਾਂ ਪਿਆਰਿਆਂ ਦੀ, ਤਖਤ ਸ੍ਰੀ ਪਟਨਾ ਸਾਹਿਬ ਦੀ ਜੀ ਔਰ ਤਖਤ ਸ੍ਰੀ ਹਜ਼ੂਰ ਸਾਹਿਬ ਦੀ, ਉੱਥੋਂ ਦੇ ਸੰਵਿਧਾਨ ਦੇ ਵਿੱਚ ਜੀ ਜੇ ਤੁਸੀਂ ਪੜ੍ਹੋ ਤਾਂ ਉੱਥੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੀ ਬਹੁਤ ਵੱਡੀ ਤਾਕਤ ਸੰਵਿਧਾਨਕ ਤੌਰ ਦੇ ਉੱਤੇ ਲਿਖੀ ਹੋਈ ਹੈ ਉਸ ਤਖਤਾਂ ਦੇ ਉੱਤੇ। ਠੀਕ ਹੈ ਜੀ। ਤੇ ਇਸ ਲਈ ਇਹ ਤਾਂ ਮੈਂ ਥੋੜਾ ਜਿਹਾ ਬਰੀਫ ਇਸ ਲਈ ਕੀਤਾ। ਹੁਣ ਤੁਸੀਂ ਸਵਾਲ ਜਿਹੜਾ ਕੀਤਾ ਹੋਇਆ ਕਿ ਤਨਖਾਹ ਲੱਗਣ ਤੋਂ ਬਾਅਦ, ਜੀ, ਤਨਖਾਹ ਲੱਗਣ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਆ ਕਿ ਤਨਖਾਹੀਆ ਕਰਾਰ ਦਿੱਤਾ ਗਿਆ। ਜੀ, ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਫਿਰ ਵਿਅਕਤੀ ਨੂੰ ਪੰਜਾਂ ਸਿੰਘਾਂ ਦੇ ਪੇਸ਼ ਹੋਣਾ ਪੈਂਦਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲੱਗਦੀ ਹੈ, ਤਨਖਾਹ ਲੱਗਦੀ ਹੈ। ਜੀ, ਜੀ, ਉਹ ਪੂਰੀ ਕਰਕੇ ਉਸ ਤੋਂ ਬਾਅਦ ਫਿਰ ਅਰਦਾਸ ਕੀਤੀ ਜਾਂਦੀ ਹੈ ਤੇ ਉਹ ਤਨਖਾਹ ਪੂਰੀ ਕਰਨ ਤੋਂ ਬਾਅਦ ਇਸ ਪੰਥ ਦੇ ਵਿੱਚ ਉਹਦੇ ਲਈ ਕੋਈ ਘਿਰਨਾ ਨਹੀਂ ਹੈ, ਕੋਈ ਨਫ਼ਰਤ ਨਹੀਂ ਹੈ ਤੇ ਕੋਈ ਉਹਨੂੰ ਜਿਹੜਾ ਹੈਗਾ, ਕਿਉਂਕਿ ਸਾਡੇ ਕੋਲ ਮਿਸਾਲਾਂ ਨੇ, ਸਰਦਾਰ ਸਰਜੀਤ ਸਿੰਘ ਬਰਨਾਲਾ ਉਹਨਾਂ ਨੂੰ ਵੀ ਲੱਗੀ, ਬੂਟਾ ਸਿੰਘ ਨੂੰ ਵੀ ਲੱਗੀ। ਇਹ ਉਹਨੇ ਜਿਹੜੀਆਂ ਸਾਡੇ ਦੇਖਣ ਦੇ ਸਮੇਂ ਦੀਆਂ ਸਜ਼ਾਵਾਂ ਨੇ ਜਿਹੜੀਆਂ ਤੇ ਕਿਉਂਕਿ ਇਹ ਪਰੰਪਰਾ ਅਕਾਲੀ ਫੂਲਾ ਸਿੰਘ ਹੋਰਾਂ ਨੇ, ਆਪਾਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਉਹਨਾਂ ਨੇ ਮਤਲਬ ਜਿਹੜਾ ਸੀ ਲਾ ਲਿਆ ਸੀਗਾ ਧਰਤੀ ਦੇ ਉੱਤੇ। ਸੋ ਇਹ ਸਾਡੀ ਇਹ ਪਰੰਪਰਾ ਹੈ। ਪੰਜ ਪਿਆਰਿਆਂ ਦੀ ਇੱਕ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਪੰਜ ਪਿਆਰੇ ਸਾਨੂੰ ਸਿੱਖੀ ਦਾ ਜਿਹੜਾ ਜੀਵਨ ਦੀ ਦਾਤ ਦਿੰਦੀ ਆ। ਔਰ ਦੂਸਰੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਨ ਤੋਂ ਉਪਰੰਤ ਜਦੋਂ ਪੰਜ ਸਿੰਘ ਖੜ ਕੇ ਕੋਈ ਫੈਸਲਾ ਕਰਦੇ ਨੇ ਤਾਂ ਉਹ ਫਿਰ ਸਾਨੂੰ ਐਜ ਏ ਸਿੱਖ ਜਿਹੜਾ ਉਹ ਮੰਨਣਾ ਪੈਂਦਾ। ਜੀ ਜੀ। ਤਾਂ ਬਾਬਾ ਜੀ ਹੁਣ ਤਨਖਾਹ ਜਿਵੇਂ ਤਾਂ ਹੁੰਦਾ ਨਾ ਕਿ ਕਈ ਵਾਰੀ ਜਿਵੇਂ ਸਰਸੇ ਵਾਲੇ ਦੇ ਖਿਲਾਫ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਤੇ ਉਦੋਂ ਫਿਰ ਸਿੱਖਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਇਹਨਾਂ ਦੇ ਨਾਲ ਕਿਸੇ ਕਿਸਮ ਦੀ ਸਾਂਝ ਜਾਂ ਰੋਟੀ ਬੇਟੀ ਦੀ ਸਾਂਝ ਜਿਹਨੂੰ ਵੀ ਆਪਾਂ ਕਹਿੰਦੇ ਆ ਵੀ ਉਹ ਸਿੱਧਾ ਕਹਿ ਲਓ ਕਿ ਸਮਾਜਿਕ ਮੇਲ ਜੋਲ ਨਹੀਂ ਰੱਖਣਾ ਚਾਹੀਦਾ। ਤਾਂ ਕੀ ਇਹੋ ਹੀ ਸ਼ਰਤ ਜਿਹੜਾ ਜਿਸ ਵਿਅਕਤੀ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਉਹਦੇ ਉੱਪਰ ਵੀ ਲਾਗੂ ਹੁੰਦੀ ਹੈ ਜਾਂ ਸਿਰਫ ਉਹਨੂੰ ਇੱਕ ਤਨਖਾਹੀਆ ਕਰਾਰ ਦੇ ਕੇ ਚਾਹੇ ਉਹ ਭੁੱਲ ਬਖਸ਼ਾਵੇ ਨਾ ਬਖਸ਼ਾਵੇ ਲੇਕਿਨ ਉਹ ਸਿੱਖਾਂ ਦੇ ਨਾਲ ਸੋਸ਼ਲ ਇੰਟਰੈਕਸ਼ਨ ਫਿਰ ਵੀ ਰੱਖ ਸਕਦਾ ਹੈ? ਨਹੀਂ, ਤਨਖਾਹ ਤੋਂ ਇਹ ਹੁੰਦਾ, ਤਨਖਾਹ ਤੋਂ ਬਾਅਦ ਸਮਾਂ ਦਿੱਤਾ ਜਾਂਦਾ। ਜੇ ਹੁਣ ਅਕਾਲ ਤਖਤ ਸਾਹਿਬ ਤੋਂ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ, ਜਿਵੇਂ ਧਰਮਿੰਦਰ ਆਨੰਦ ਨੂੰ ਦਿੱਤਾ ਜੀ, ਉਹਨੂੰ ਮੌਕਾ ਦਿੱਤਾ ਜਾਂਦਾ ਤਨਖਾਹ ਤੋਂ ਬਾਅਦ ਕਿ ਆਪਣਾ ਆ ਕੇ ਅਕਾਲ ਤਖਤ ਤੇ ਪੱਖ ਪੇਸ਼ ਕਰਦੇ। ਜੇ ਉਹ ਨਹੀਂ ਕਰਦਾ ਉਸ ਤੋਂ ਬਾਅਦ ਉਹਨੂੰ ਮੁਕੰਮਲ ਤੌਰ ਤੇ ਛੇਕ ਦਿੱਤਾ ਜਾਂਦਾ। ਠੀਕ ਹੈ ਜੀ। ਠੀਕ ਹੈ ਨਾ ਗੱਲ? ਅੱਛਾ, ਜੀ ਕੰਟੀਨਿਊ ਕਰੋ ਤੁਸੀਂ। ਹਾਂ, ਮਤਲਬ ਉੱਥੋਂ ਉਦੋਂ ਬਾਅਦ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਇੱਕ ਮਤਲਬ ਉਹਦਾ ਜਿਹੜਾ ਕਸੂਰ ਹੁੰਦਾ ਉਹ ਕਬੂਲ ਕਰ ਲਿਆ ਜਾਂਦਾ ਹੈ ਤੇ ਉਹਦੇ ਵਾਸਤੇ ਫਿਰ ਉਹਨੂੰ ਮੌਕਾ ਦਿੱਤਾ ਜਾਂਦਾ ਕਿ ਤੂੰ ਭਾਈ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਅੱਗੇ। ਜੀ ਆਇਆ ਤੂੰ ਆਪਣੇ ਜੁਰਮ ਨੂੰ ਕਬੂਲ ਕਰਦਾ ਹੈ, ਇਹਦੇ ਤੇ ਮਾਫੀ ਚਾਹੁੰਦਾ ਜਾਂ ਕੀ ਆ, ਉਹ ਬਾਅਦ ਦੀਆਂ ਗੱਲਾਂ। ਤੇ ਜੇ ਉਹਨੂੰ ਡਿਨਾਈ ਕਰਦਾ, ਉਹਦੇ ਤੇ ਨਹੀਂ ਆਉਂਦਾ ਤਾਂ ਉਸ ਤੋਂ ਬਾਅਦ ਉਹਨੂੰ ਪੰਥ ਚੋਂ ਛੇਕ ਦਿੱਤਾ ਜਾਂਦਾ। ਠੀਕ ਹੈ। ਹਾਂਜੀ, ਮਤਲਬ ਤਨਖਾਹ ਲੱਗਣ ਤੋਂ ਬਾਅਦ ਇੱਕ ਮੌਕਾ ਫਿਰ ਵੀ ਵਿਅਕਤੀ ਕੋਲ ਹੁੰਦਾ ਆ ਜਾਂ ਤਾਂ ਆਪਣਾ ਪੱਖ ਪੇਸ਼ ਕਰੇ ਜਾਂ ਮਾਫੀ ਮੰਗੇ। ਦੇਖੋ, ਤਨਖਾਹ ਉਸ ਵਕਤ ਲਾਈ ਜਾਂਦੀ ਹੈ ਜਿਸ ਵਕਤ ਮੈਂ ਕਿਉਂਕਿ ਗੱਲ ਜਿਹੜੀ ਕਰ ਰਿਹਾ ਉਹ ਅਕਾਲ ਤਖਤ ਸਾਹਿਬ ਦੀ ਉਸ ਪ੍ਰਣਾਲੀ ਦੇ ਵਿੱਚੋਂ ਕਰ ਰਹੇ ਹਾਂ। ਜੀ ਤੇ ਤਨਖਾਹ ਉਦੋਂ ਲਾਈ ਜਾਂਦੀ ਹੈ ਜਦੋਂ ਇਹ ਬਿਲਕੁਲ ਜੱਜਮੈਂਟ ਕਰ ਲਈ ਜਾਂਦੀ ਹੈ ਕਿ ਹਾਂ ਇਹਨੇ ਇਹ ਗੁਨਾਹ ਕੀਤਾ ਹੈ। ਜੀ ਠੀਕ ਹੈ ਨਾ ਗੱਲ? ਜੀ। ਤੇ ਇਹ ਦੇਖੋ, ਤੁਸੀਂ ਅਦਾਲਤ ਦੇ ਵਿੱਚ ਵੀ ਦੇਖੋ, ਜਦੋਂ ਕੋਈ ਫੈਸਲਾ ਆਉਂਦਾ ਤਾਂ ਜੱਜ ਇੱਕ ਦਿਨ ਦੇ ਵਿੱਚ ਲਿਖ ਦਿੰਦਾ ਕਿ ਹਾਂ ਇਹਨੇ ਇਹ ਗੁਨਾਹ ਕੀਤਾ। ਜੀ। ਠੀਕ ਹੈ। ਤੇ ਜਿਹੜੀ ਸਜ਼ਾ ਉਹ ਫਿਰ ਕਈ ਵਾਰੀ ਵੇਟ ਕਰਦੇ ਆ ਆਪਾਂ, ਸਜ਼ਾ ਹਜੇ ਸੁਣਾਉਣ ਤੋਂ ਡਿਕਲੇਅਰ ਹੋਣ ਤੋਂ ਰਹਿੰਦੀ ਹੈ। ਇਹ ਉਹ ਪੋਜੀਸ਼ਨ ਹੈ। ਤਨਖਾਹੀਆ ਕਰਾਰ ਦਾ ਮਤਲਬ ਹੈ ਵੀ ਇਹ ਕਬੂਲ ਕਰ ਲਿਆ ਕਿ ਹਾਂ ਇਹ ਗੁਨਾਹ ਹੈ।
ਮਤਲਬ ਉਸ ਤੋਂ ਬਾਅਦ ਦੋਸ਼ੀ ਡਿਕਲੇਅਰ ਕਰ ਦਿੱਤਾ ਜਾਂਦਾ ਆ। ਦੋਸ਼ੀ ਡਿਕਲੇਅਰ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਹੁਣ ਨਿਰਣਾ ਕਿ ਦੋਸ਼ ਦੇ ਮੁਤਾਬਕ ਅੱਗੇ ਜਿਹੜੀ ਸਜ਼ਾ ਉਹ ਤੈਅ ਹੁੰਦੀ ਹੈ। ਜੀ ਜੀ ਜੀ। ਬਾਬਾ ਜੀ ਅਗਲੀ ਗੱਲ ਇਹ ਹੈ ਕਿ ਮੰਨ ਲਓ ਹੁਣ ਸਿੰਘ ਸਾਹਿਬ ਤੇ ਵੀ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ। ਪੰਜ ਪਿਆਰਿਆਂ ਨੇ ਜਿਵੇਂ ਕਹਿ ਦਿੱਤਾ ਕਿ ਦਸਵੰਧ ਦੀ ਜਿਹੜੀ ਪੈਸਾ ਸੀ ਉਹਨੂੰ ਇਹਨਾਂ ਨੇ ਦੁਰਵਰਤੋਂ ਕੀਤੀ ਆ, ਤਾਂ ਮੰਨ ਲਓ ਇਲਜ਼ਾਮ ਸਹੀ ਨੇ ਜਾਂ ਝੂਠੇ ਨੇ। ਜੇ ਫੋਰ ਐਗਜ਼ਾਮਪਲ ਜੇ ਇਲਜ਼ਾਮ ਸੱਚੇ ਸਾਬਤ ਹੋ ਜਾਣ ਕਿਸੇ ਵਿਅਕਤੀ ਦੇ ਉੱਪਰ ਵੀ, ਚਾਹੇ ਕੋਈ ਪਿੰਡ ਦੀ ਕਮੇਟੀ ਵੀ ਆ, ਜੇ ਉਹਦੇ ਉੱਪਰ ਵੀ ਗੁਰੂ ਘਰ ਦੇ ਦਸਵੰਧ ਦੀ ਮਾਇਆ ਕਰਨ ਦਾ ਕਿਸੇ ਗ੍ਰੰਥੀ ਦੇ ਉੱਪਰ ਜਾਂ ਕਿਸੇ ਪ੍ਰਧਾਨ ਦੇ ਉੱਪਰ ਵੀ ਇਲਜ਼ਾਮ ਲੱਗੇ, ਤਾਂ ਉਹਨੂੰ ਜਦੋਂ ਤਨਖਾਹੀਆ ਕਰਾਰ ਦਿੱਤਾ ਜਾਂਦਾ ਆ, ਤਾਂ ਕੀ ਕੋਈ ਇਹੋ ਜਿਹਾ ਪ੍ਰੋਵੀਜ਼ਨ ਵੀ ਹੈ ਸਿੱਖਾਂ ਦੇ ਵਿੱਚ ਜਾਂ ਆਪਣੇ ਸਜ਼ਾ ਪ੍ਰਣਾਲੀ ਦੇ ਵਿੱਚ ਕਿ ਉਸ ਵਿਅਕਤੀ ਤੋਂ ਜਿਹੜੀ ਮਾਇਆ ਖੁਰਦ-ਬੁਰਦ ਕੀਤੀ ਗਈ ਆ ਗੁਰੂ ਘਰ ਦੀ, ਉਹ ਵਾਪਸ ਲੈਣ ਦਾ ਵੀ ਕੋਈ ਪ੍ਰੋਵੀਜ਼ਨ ਹੈ, ਜਾਂ ਉਹਨੂੰ ਸਿਰਫ ਤਨਖਾਹੀਆ ਤੋਂ ਬਾਅਦ ਅਗਲਾ ਨਹੀਂ ਮੰਨਦਾ ਜਾਂ ਸ਼ਰਮ ਨਹੀਂ ਮਹਿਸੂਸ ਕਰਦਾ? ਇਹਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਮਰਹੂਮ ਭਾਵੇਂ ਕਿ ਉਹ ਦੁਨੀਆ ਤੋਂ ਜਾ ਚੁੱਕੇ ਨੇ, ਪਰ ਉਹ ਇੱਕ ਸਾਡੇ ਜਿਉਂਦਿਆਂ ਦੇਖਦਿਆਂ ਦੀ ਗੱਲ ਹੈ ਕਿ ਸਰਦਾਰ ਅਵਤਾਰ ਸਿੰਘ ਹਿੱਤ ਜਿਹੜੇ ਉਸ ਵਕਤ ਪ੍ਰਧਾਨ ਸੀ ਦਿੱਲੀ ਕਮੇਟੀ ਦੇ ਜੀ, ਉਹਨਾਂ ਦੇ ਕੋਲ ਇੱਕ ਸਕੂਲ ਸੀ ਜਿਹੜਾ ਉਹਨਾਂ ਨੇ ਆਪਣੇ ਲਈ ਸਾਂਭ ਲਿਆ ਸੀ। ਠੀਕ ਹੈ ਜੀ। ਤੇ ਭਾਈ ਰਣਜੀਤ ਸਿੰਘ ਹੋਰਾਂ ਨੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਨੋਟਿਸ ਕੱਢਿਆ ਜੀ, ਤੇ ਅਖੀਰ ਨੌਬਤ ਆਈ ਜਦੋਂ ਉਹ ਦੇਣ ਨੂੰ ਤਿਆਰ ਨਾ ਹੋਏ, ਉਸ ਤੋਂ ਬਾਅਦ ਅਵਤਾਰ ਸਿੰਘ ਹਿੱਤ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਠੀਕ ਹੈ ਜੀ। ਇਹ ਰਿਕਾਰਡ ਤੇ ਹੈ। ਠੀਕ ਹੈ। ਉਸ ਤੋਂ ਬਾਅਦ ਅਵਤਾਰ ਸਿੰਘ ਹਿੱਤ ਹੋਰਾਂ ਦੀ ਵਾਪਸੀ ਤਾਂ ਹੋਈ ਜਦੋਂ ਉਹਨਾਂ ਨੇ ਉਹ ਸਕੂਲ ਦਿੱਲੀ ਕਮੇਟੀ ਨੂੰ ਸੌਂਪ ਦਿੱਤਾ ਵਾਪਸ। ਸਕੂਲ ਲਿਆ ਗਿਆ ਜੀ, ਕਿਉਂਕਿ ਜਿਹੜੇ ਸੰਦਰਭ ਦੇ ਵਿੱਚ ਸਜ਼ਾ ਤੈਅ ਕੀਤੀ ਗਈ ਆ ਤੇ ਫਿਰ ਤੇ ਖੇਡ ਬਣ ਜੂਗੀ। ਫਿਰ ਤਾਂ ਇੱਥੇ ਵੱਡੇ ਤੋਂ ਵੱਡੇ ਵੀ ਜਿਹੜੇ ਨੇ ਉਹ ਆਪਣਾ ਜੁਰਮ ਕਰਕੇ ਤੇ ਕਹਿਣਗੇ ਕੋਈ ਗੱਲ ਨਹੀਂ ਸਜ਼ਾ ਲਵਾ ਲੈਣੇ ਜਾ ਕੇ। ਹਾਂਜੀ ਹਾਂਜੀ ਹਾਂਜੀ। ਇਹ ਨਹੀਂ, ਇਹ ਮਤਲਬ ਇਹ ਆਪਣੇ ਹੁੰਦਿਆਂ ਦੀ ਇੱਕ ਤੁਹਾਡੇ ਸਾਹਮਣੇ ਪ੍ਰਤੱਖ ਤੁਸੀਂ ਅਕਾਲ ਤਖਤ ਸਾਹਿਬ ਦਾ ਅੱਜ ਵੀ ਜਾ ਕੇ ਰਿਕਾਰਡ ਚੱਕ ਸਕਦੇ ਹੋ ਕਿ ਅਵਤਾਰ ਸਿੰਘ ਹਿੱਤ ਨੂੰ ਛੇਕਿਆ ਕਿਉਂ ਗਿਆ ਸੀ ਤੇ ਜਿਹੜੀ ਵਜ੍ਹਾ ਨਾਲ ਛੇਕਿਆ ਗਿਆ ਸੀ, ਜਦੋਂ ਉਹਨਾਂ ਨੇ ਉਹ ਵਜ੍ਹਾ ਪੰਥ ਦੇ ਹਵਾਲੇ ਕਰ ਦਿੱਤੀ, ਉਸ ਤੋਂ ਬਾਅਦ ਉਹਨੂੰ ਪੰਥ ਸ਼ਾਮਿਲ ਕਰ ਲਿਆ ਗਿਆ। ਜੀ ਜੀ ਜੀ। ਬਾਬਾ ਜੀ ਇੱਕ ਸਵਾਲ ਹੋਰ ਆ ਕਿ ਜਿਵੇਂ ਪੰਜ ਪਿਆਰੇ ਹੁੰਦੇ ਨੇ, ਉਹ ਸਰਮੌਰ ਸੰਸਥਾ ਇੱਕ ਕਹਿ ਲਈ ਆਪਾਂ ਆਪਣੇ ਆਪ ਦੇ ਵਿੱਚ ਹੀ ਆ, ਤਾਂ ਹੁਣ ਇਹ ਪੰਜ ਪਿਆਰੇ ਜਿਵੇਂ ਸਿੰਘ ਸਭਾਵਾਂ ਦੇ ਕੋਲ ਵੀ ਨੇ, ਪੰਜਾਂ ਤਖਤਾਂ ਦੇ ਵੀ ਪੰਜ ਪਿਆਰੇ ਨੇ ਆਪੋ ਆਪਣੇ, ਤਾਂ ਇੱਕ ਸਵਾਲ ਇਹ ਵੀ ਉੱਠ ਰਿਹਾ ਕਿ ਜਿਵੇਂ ਪੰਜ ਪਿਆਰੇ ਨੇ ਉਹ ਕੁਛ ਜਿਵੇਂ ਖਾਸ ਤਰ੍ਹਾਂ ਦੇ ਮਾਮਲੇ ਹੁੰਦੇ ਨੇ ਵੀ ਜਿੱਥੇ ਕੋਈ ਸਿੱਖ ਜਾਂ ਸਿੱਖ ਆਗੂ ਜਿਹੜਾ ਆ ਕ੍ਰਿਮੀਨਲ ਐਕਟੀਵਿਟੀ ਕਰਦਾ ਜਾਂ ਗੁਰੂ ਘਰ ਨਾਲ ਕੋਈ ਧਰੋਹ ਕਮਾਉਂਦਾ ਆ, ਤਾਂ ਉਹ ਇੱਕ ਖਾਸ ਤਰ੍ਹਾਂ ਦੇ ਪੰਜ ਪਿਆਰੇ ਹੋਣ, ਜਿਵੇਂ ਕੋਈ ਰਿਟਾਇਰਡ ਜੱਜ ਹੋਣ ਜਾਂ IAS IPS ਆਫਿਸਰ ਵੀ ਹੋ ਸਕਦੇ ਨੇ, ਜਿਹੜੇ ਪੂਰਨ ਗੁਰਸਿੱਖ ਹੋਣ, ਸਿੱਖ ਮਰਿਆਦਾ ਦੇ ਅਨੁਸਾਰ ਉਹਨਾਂ ਦਾ ਜੀਵਨ ਹੋਵੇ, ਤਾਂ ਕਿਉਂਕਿ ਹੁਣ IAS ਜਾਂ IPS ਅਫਸਰਾਂ ਨੂੰ, ਜੱਜਾਂ ਨੂੰ ਇਨਵੈਸਟੀਗੇਟ ਕਰਨ ਦਾ, ਇੰਟੈਰੋਗੇਸ਼ਨ ਕਰਨ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਵੀ ਕਿਵੇਂ ਕਾਗਜ਼ਾਂ ਪੱਤਰਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਆ। ਤਾਂ ਇਸ ਕਿਸਮ ਦੇ ਪੰਜ ਪਿਆਰੇ ਚਾਹੇ ਸਾਂਝੇ ਤੌਰ ਤੇ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਬਣਾਏ ਜਾਣ, ਵੀ ਜਿੱਥੇ ਕਿਤੇ ਵੀ ਕੋਈ ਸਿੱਖਾਂ ਦਾ ਵੱਡਾ ਆਗੂ ਕੋਈ ਗੁਨਾਹ ਕਰਦਾ ਤਾਂ ਉਹ ਪੰਜ ਪਿਆਰੇ ਉਸ ਕੇਸ ਦੀ ਇਨਵੈਸਟੀਗੇਸ਼ਨ ਕਰਕੇ ਤਾਂ ਫਿਰ ਕੋਈ ਫੈਸਲਾ ਦੇਣ, ਤੇ ਉਹ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਪੜ੍ਹ ਕੇ ਸੁਣਾਉਣ। ਇਸ ਕਿਸਮ ਦੀ ਵੀ ਕੋਈ ਪ੍ਰੋਵੀਜ਼ਨ ਹੋ ਸਕਦੀ ਹੈ ਪੰਥ ਦੇ ਵਿੱਚ? ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਪੰਜ ਪਿਆਰਿਆਂ ਦੇ ਦੋ ਹੀ ਸੰਕਲਪ ਨੇ ਸਾਡੇ ਕੋਲ। ਇੱਕ, ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਨੇ ਉਸ ਵਕਤ, ਔਰ ਉਹ ਐਵੇਂ ਨਹੀਂ ਕਿ ਪੰਜ ਜਣੇ ਇਕੱਠੇ ਹੋ ਗਏ ਤੇ ਪੰਜ ਪਿਆਰੇ ਬਣ ਗਏ। ਠੀਕ ਹੈ ਜੀ। ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਹਨਾਂ ਪੰਜਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ ਕੇ ਉਹ ਅਰਦਾਸ ਕਰਦੇ ਨੇ ਕਿ ਕਲਗੀਧਰ ਪਾਤਸ਼ਾਹ ਜੀ, ਤੁਸੀਂ ਇੱਕ ਬਚਨ ਕਿਹਾ ਸੀ ਕਿ ਆਤਮਾ ਗ੍ਰੰਥ ਤੇ ਪ੍ਰਾਣ ਪੰਥ। ਜੀ ਜੀ ਜੀ। ਅੱਜ ਅਸੀਂ ਅੰਮ੍ਰਿਤ ਛਕਾਉਣ ਦੀ ਸੇਵਾ ਵਿੱਚ ਲੱਗਣ ਲੱਗੇ ਹਾਂ ਤੇ ਕਿਰਪਾ ਕਰਕੇ ਆਪਣੀ ਉਹ ਕਲਾ ਜਿਹੜੀ ਵਿਸਾਖੀ ਵਾਲੇ ਦਿਨ ਤੁਸੀਂ ਖਾਲਸੇ ਦੀ ਜਨਮ ਭੂਮੀ ਜਦੋਂ ਪੰਜ ਸਿੱਖਾਂ ਨੇ ਆਪਣਾ ਸਿਰ ਦੇ ਕੇ ਉਹ ਪੰਜ ਪਿਆਰਿਆਂ ਦਾ ਰੁਤਬਾ ਹਾਸਿਲ ਕੀਤਾ ਸੀ, ਜੀ ਕਿਰਪਾ ਕਰੋ ਅਸੀਂ ਹੁਣ ਅੰਮ੍ਰਿਤ ਦੀ ਦਾਤ ਦੇਣ ਲੱਗੇ ਹਾਂ, ਕਿਉਂਕਿ ਅੰਮ੍ਰਿਤ ਵੀ ਤੇਰਾ ਹੈ, ਬਾਣੀ ਵੀ ਤੇਰੀ ਹੈ, ਸਾਨੂੰ ਇਹ ਸੇਵਾ ਮਿਲੀ ਹੈ। ਇਸ ਕਰਕੇ ਇੱਕ ਤਾਂ ਸਾਡੇ ਮਨ ਜਿਹੜੇ ਨੇ ਬਿਲਕੁਲ ਇਸ ਵਕਤ ਨਿਰਵਿਕਲਪ ਕਰ ਦਿਓ ਕਿ ਸਾਡੇ ਅੰਦਰ ਕੋਈ ਦੁਨੀਆ ਦਾ ਖਿਆਲ ਹੀ ਨਾ ਪੈਦਾ ਹੋਵੇ ਜਿੰਨੀ ਦੇਰ ਅਸੀਂ ਇਸ ਸੇਵਾ ਦੇ ਵਿੱਚ ਜੁਟੇ ਹੋਏ ਹਾਂ। ਠੀਕ ਆ। ਤੇ ਉਸ ਤੋਂ ਬਾਅਦ ਫਿਰ ਉਹ ਪੰਜ ਪਿਆਰੇ ਅਰਦਾਸ ਕਰਦੇ ਨੇ ਕਿ ਅੰਮ੍ਰਿਤ ਦੀ ਪ੍ਰਕਿਰਿਆ ਸ਼ੁਰੂ ਕਰਨ ਲੱਗੇ। ਫਿਰ ਉਹ ਪੰਜੇ ਪਿਆਰੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੀ ਸਦਾਈ ਕਰਦੇ ਨੇ। ਠੀਕ ਹੈ ਜੀ। ਕਿਉਂਕਿ ਉੱਥੇ ਇੱਕ ਗ੍ਰੰਥੀ ਸਿੰਘ ਤੇ ਆਪਣਾ ਇੱਕ ਦੇਗਚੀ ਹੁੰਦਾ, ਜਿਹੜੇ ਤਕਰੀਬਨ 7 ਜਣੇ ਹੁੰਦੇ ਨੇ, 5 ਜਣੇ ਹਰ ਵਕਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਰਹਿੰਦੇ ਨੇ ਤੇ ਕੱਲਾ ਉਹਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ ਕੇ ਆਪਣੀ ਸੂਖਮ ਭੁੱਲ
ਕਿਤੇ ਮਿਤੇ ਥੋੜੀ ਜੀ ਵੀ ਕੋਈ ਗਲਤੀ ਹੋ ਗਈ, ਮਤਲਬ ਵੱਡੀ ਭੁੱਲ ਵਾਲਾ ਪੰਜ ਪਿਆਰਿਆਂ 'ਚ ਨਹੀਂ ਲੱਗ ਸਕਦਾ। ਨਾ ਗ੍ਰਹਿਤੀਆਂ ਤੇ ਨਾ ਬੱਜਰ ਗ੍ਰਹਿਤੀਆਂ, ਜਿਹੜੀਆਂ ਸੂਖਮ, ਜਿਹੜੀਆਂ ਅਚਨਚੇਤ, ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਕਿ ਵੀ ਕੋਈ ਅਚਨਚੇਤ ਸਾਤੋਂ ਗੱਲ ਹੋ ਗਈ, ਤੇ ਉਹ ਵੀ ਯਾਦ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਫੇਰ ਅੰਮ੍ਰਿਤ ਛਕਾਉਣ ਦੀ ਕਲਾ ਜਿਹੜੀ ਆ ਸ਼ੁਰੂ ਕਰਦੇ ਨੇ। ਜਿਸ ਵਕਤ ਅੰਮ੍ਰਿਤ ਸੰਚਾਰ ਦਾ ਉਹ ਸਾਰੀ ਪ੍ਰਕਿਰਿਆ ਨਿਬੜ ਜਾਂਦੀ ਹੈ ਤੇ ਉਹ ਪੰਜੇ ਜਣੇ ਫੇਰ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਉਹਦੀ ਸਮਾਪਤੀ ਕਰਦੇ ਨੇ। ਇਹ ਸਮਝਿਆ ਜਾਂਦਾ ਕਿ ਉਹ ਕਲਾ ਉਨੀ ਦੇਰ ਦਸਮ ਪਾਤਸ਼ਾਹ ਜੀ ਨੇ ਵਰਤਾਈ। ਜੇ ਅਸੀਂ ਆਹ ਕੰਮ ਫੜ ਲਿਆ ਕਿ 5 IPS ਲੈ ਲਏ ਤੇ 5 ਫਲਾਣੇ ਲੈ ਲਏ, ਤੇ ਹੁਣ ਜਿਹੜਾ IPS ਰਿਹਾ ਹੋਊਗਾ ਉਹਨੇ 100 ਵਾਰ ਦੁਨੀਆ ਦੇ ਵਿੱਚ ਝੂਠ ਵੀ ਬੋਲਿਆ ਹੋਊਗਾ ਤੇ ਮਾੜੇ ਕੰਮ ਵੀ ਕਰੇ ਹੋਣਗੇ, ਭਾਵੇਂ ਅਖੀਰਲੀ ਉਮਰੇ ਆ ਕੇ ਅੰਮ੍ਰਿਤ ਛਕ ਲਿਆ ਹੋਵੇ, ਇਹ ਗੱਲ ਨਹੀਂ ਹੋ ਸਕਦੀ। ਠੀਕ ਹੈ, ਤੇ ਇਸ ਲਈ ਉਹ ਸੰਕਲਪ, ਹਾਂ, ਉਹਦਾ ਮੈਂ ਇੱਕ ਤੁਹਾਨੂੰ ਜਵਾਬ ਦੇ ਸਕਦਾ ਤੁਹਾਡੀ ਗੱਲ ਦਾ, ਬਹੁਤ ਵਧੀਆ। ਜਦੋਂ ਸਾਡੇ ਤਖਤਾਂ ਦੇ 5 ਸਿੰਘ ਜਦੋਂ ਅਕਾਲ ਤਖਤ ਸਾਹਿਬ ਤੇ ਬਹਿਣੇ, ਮੰਨ ਲਓ ਕੋਈ ਤੁਸੀਂ ਕਹਿੰਦੇ ਹੋ ਵੀ ਕ੍ਰਿਮੀਨਲ ਮਸਲਾ ਆ ਗਿਆ, ਠੀਕ ਹੈ, ਤਾਂ ਅਕਾਲ ਤਖਤ ਜਾਂ ਉਹ 5 ਪਿਆਰੇ ਇਹ ਪਾਵਰ ਰੱਖਦੇ ਨੇ ਕਿ ਉਹ ਚੰਗੇ ਕਿਸੇ ਰਿਟਾਇਰਡ ਸਿੱਖ ਅਫਸਰ ਨੂੰ ਉਹਨਾਂ ਦੀ ਟੀਮ ਬਣਾ ਕੇ ਕਹਿਣ ਵੀ ਜਾਂਚ ਕਰਕੇ ਸਾਨੂੰ ਰਿਪੋਰਟ ਦਿਓ। ਇਹ ਹੋ ਸਕਦੀ, ਇਹ ਪਰੰਪਰਾ, ਇਹ ਤਾਂ ਗੱਲ ਹੋ ਸਕਦੀ ਹੈ, ਪਰ ਇਹ ਨਹੀਂ ਹੋ ਸਕਦੀ ਕਿ ਏਦਾਂ ਦਾ ਮਤਲਬ ਜਿਹੜਾ ਬਣਾ ਕੇ ਫਿਰ ਤਾਂ ਜਿੱਥੇ ਜਿਹਦੇ ਲੋਟ ਖੜਿਆ ਕਰੂਗਾ, ਜਿਵੇਂ 5 ਜਣਿਆਂ ਨੇ ਕੋਈ ਹੋਰ ਗੱਲ ਕਰਤੀ ਤੇ 5 ਆਪਣੇ ਆਪ ਨੂੰ 5 ਪਿਆਰੇ ਸਾਹਿਬ ਸਾਹਮਣੇ ਕੱਢ ਕੇ ਉਹਦੀ ਗੱਲ ਥੰਦਿਆ ਕਰਨਗੇ, ਏਦਾਂ ਤਾਂ ਫਿਰ ਸਾਡੀ ਪ੍ਰਣਾਲੀ ਜਿਵੇਂ ਖਤਮ ਹੋ ਜਾਊਗੀ। ਪਹਿਲਾਂ ਹੀ ਸਾਡਾ ਨੁਕਸਾਨ ਜਿਹੜਾ ਇਸ ਮਸਲੇ ਤੇ ਬਹੁਤ ਹੋ ਚੁੱਕਿਆ। ਜੀ ਬਾਬਾ ਜੀ, ਇੱਕ ਆਖਰੀ ਸਵਾਲ ਆ, ਜਿਵੇਂ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਵੀ ਇੱਕ ਇਲਜ਼ਾਮ ਲਾਇਆ 5 ਪਿਆਰਿਆਂ ਦੇ ਉੱਪਰ ਕਿ ਮੇਰਾ ਪੱਖ ਨਹੀਂ ਸੁਣਿਆ ਗਿਆ, ਇੱਕ ਪਾਸੜ ਫੈਸਲਾ ਦੇ ਦਿੱਤਾ ਗਿਆ। ਲੇਕਿਨ ਜਿਵੇਂ ਹੁਣ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ, ਭਾਵੇਂ ਕਿ ਇਹ ਜੁਡੀਸ਼ੀਅਲ ਕਮਿਸ਼ਨ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਹੀ ਚੀਜ਼ਾਂ ਨੂੰ ਉਹਨਾਂ ਦੀ ਸੁਣਵਾਈ ਕਰਦਾ ਹੈ, ਸ਼ਾਇਦ ਜਦੋਂ ਤੱਕ ਮੇਰੀ ਜਾਣਕਾਰੀ ਆ, ਲੇਕਿਨ ਬਹੁਤ ਸਾਰੇ ਸਿੱਖਾਂ ਨੇ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਵੀ ਕੇਸ ਪਾਏ ਹੋਏ ਨੇ, ਤੇ ਜੁਡੀਸ਼ੀਅਲ ਕਮਿਸ਼ਨ ਦਾ ਵੀ ਹਾਲ ਜਿਹੜਾ ਆ ਦੁਨਿਆਵੀ ਅਦਾਲਤਾਂ ਦੀ ਤਰ੍ਹਾਂ ਬੁਰਾ ਹੋਇਆ ਪਿਆ ਵੀ ਉੱਥੇ ਵੀ ਕਿਸੇ ਦੀ ਸੁਣਵਾਈ ਨਹੀਂ ਹੁੰਦੀ। ਸਾਲਾਂ ਬੱਧੀ ਜਿਹੜੇ ਮਸਲੇ ਨੇ ਲਟਕੇ ਹੋਏ ਨੇ, ਬਹੁਤ ਸਾਰੇ ਸਿੱਖ ਇਸ ਗੱਲ ਦੀਆਂ ਸ਼ਿਕਾਇਤਾਂ ਵੀ ਕਰਦੇ ਨੇ। ਤਾਂ ਜੁਡੀਸ਼ੀਅਲ, ਜਿਵੇਂ ਤੁਸੀਂ ਬਤੌਰ ਐਗਜ਼ੀਕਿਊਟਿਵ ਮੈਂਬਰ ਸ਼੍ਰੋਮਣੀ ਕਮੇਟੀ ਸੇਵਾ ਨਿਭਾ ਰਹੇ ਹੋ, ਤਾਂ ਕੀ ਕੋਈ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਜਾਪਦੀ ਹੈ, ਜਾਂ ਸ਼੍ਰੋਮਣੀ ਕਮੇਟੀ ਨੂੰ ਕਿਸੇ ਕਿਸਮ ਦਾ ਕੋਈ ਸੁਝਾਅ ਦਿੱਤੇ ਜਾਣ ਵੀ? ਇਹ ਅਸਲ ਦੇ ਵਿੱਚ ਨਾ, ਜਿਵੇਂ ਨਾ ਇੱਕ ਕਹਾਵਤ ਹੈ ਵੀ ਜਿਹਦੀ ਮੱਝ ਉਹਦੀ ਉਹ ਲਾਠੀ, ਜਾਂ ਜਿਹਦੀ ਲਾਠੀ ਉਹਦੀ ਮੱਝ ਵਾਲੀ ਗੱਲ ਹੈ ਕਿ ਜਦੋਂ ਜਿਹਦੀ ਧਿਰ ਦੀ ਸ਼੍ਰੋਮਣੀ ਕਮੇਟੀ ਹੁੰਦੀ ਹੈ, ਲਗਭਗ ਜੁਡੀਸ਼ੀਅਲ ਕਮਿਸ਼ਨ ਵੀ ਉਹਨਾਂ ਵੱਲੋਂ ਨਿਯੁਕਤ ਕੀਤਾ ਜਾਂਦਾ। ਤੇ ਜਿਹੜਾ ਹੁਣ ਦਾ ਮੌਜੂਦਾ ਜੁਡੀਸ਼ੀਅਲ ਕਮਿਸ਼ਨ ਹੈ ਉਹ ਬੀਬੀ ਜਗੀਰ ਕੌਰ ਦਾ ਤੇ ਬਾਦਲ ਫੈਮਿਲੀ ਦਾ ਤਾਂ ਉਹ ਪਰਸਨਲ ਵਕੀਲ ਆ, ਮਿਸਟਰ ਕਲੇਰ, ਤੇ ਉਹਦਾ ਬੇਟਾ ਬੁਲਾਰਾ ਜਿਹੜਾ ਰੋਜ਼ ਟੀਵੀਆਂ ਤੇ ਆ ਕੇ ਸਮਝ ਲਓ ਬੋਲਦਾ ਹੈਗਾ, ਕੋਈ ਆਪਣਾ ਪੱਖ ਪੇਸ਼ ਕਰਦਾ। ਤਾਂ ਕਹਿਣ ਦਾ ਮਤਲਬ ਵੀ ਜਿੱਦਣ ਸ਼੍ਰੋਮਣੀ ਕਮੇਟੀ ਦੇ ਵਿੱਚ ਸੁਧਾਰ ਆਊਗਾ, ਕੱਲਾ ਉੱਥੇ ਸੁਧਾਰ ਨਹੀਂ ਆਉਣਾ, ਉਦੋਂ ਸਾਰੀਆਂ ਖਾਨੀਆਂ ਖੁਨਾਮੀਆਂ ਤੇ ਸਾਰਿਆਂ ਦੇ ਵਿੱਚ ਸੁਧਾਰ ਆਊਗਾ। ਤਾਂ ਰਹੀ ਗੱਲ ਗਿਆਨੀ ਰਣਜੀਤ ਸਿੰਘ ਉਹਨਾਂ ਦੇ ਪੱਖ ਪੇਸ਼ ਨਾ ਸੁਣਦੀ, ਤਾਂ ਉਹਨਾਂ ਨੂੰ ਪੰਜਾਂ ਦੇ ਅੱਗੇ ਅਰਜ਼ੀ ਦੇ ਦੇਣੀ ਚਾਹੀਦੀ ਹੈ ਕਿ ਮੇਰਾ ਪੱਖ ਸੁਣਿਆ ਜਾਵੇ। ਪਹਿਲੀ ਤਾਂ ਗੱਲ ਮੇਰੇ ਖਿਆਲ ਉਹਨਾਂ ਨੂੰ ਬੁਲਾਇਆ ਗਿਆ ਸੀਗਾ, ਉਹ ਗਏ, ਮੈਨੂੰ ਨਹੀਂ ਪਤਾ ਹੈਗਾ ਵੀ ਉਹਨਾਂ ਨੇ ਜਾ ਕੇ ਆਪਣਾ ਪੱਖ ਦੱਸਿਆ ਜਾਂ ਨਹੀਂ ਦੱਸਿਆ ਉਸ ਵਕਤ ਜਿਸ ਦਿਨ ਉਹਨਾਂ ਨੇ ਇਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ। ਉਹਨਾਂ ਨੇ ਫਾਈਲ ਸਬਮਿਟ ਕਰਾਈ ਸੀ, ਸਾਡੇ ਕੋਲ ਵੀਡੀਓ ਤੇ ਤਸਵੀਰਾਂ ਆਈਆਂ ਨੇ, ਉੱਥੇ ਪੰਜ ਸਿੰਘ ਸਾਹਿਬ ਨੂੰ ਫਾਈਲ ਆਪਣਾ ਦੇ ਕੇ ਆਏ ਸੀ, ਸਬਮਿਟ ਕਰਵਾ ਕੇ ਆਏ ਸੀ। ਤੇ ਇਹਦਾ ਮਤਲਬ ਜੇ ਉਹਨਾਂ ਨੇ ਕੋਈ ਜੱਜਮੈਂਟ ਕੀਤੀ ਹੈ ਤੇ ਹੁਣ ਮੇਰੀ ਤਾਂ ਇਹ ਹੈਸੀਅਤ ਹੈ ਨਹੀਂ ਕਿ ਮੈਂ ਤਾਂ ਦਸਮ ਪਾਤਸ਼ਾਹ ਦੇ ਉਸ, ਕਿਉਂਕਿ ਉਹ ਹਰਿਮੰਦਰ ਜੀ ਗੁਰੂ ਸਾਹਿਬ ਜੀ ਦਾ ਪਾਵਨ ਤਖਤ, ਗੁਰੂ ਸਾਹਿਬ ਜੀ ਦੀ ਹਜ਼ੂਰੀ, ਦਸਮ ਪਾਤਸ਼ਾਹ ਦਾ ਤਖਤ, ਤੇ ਉੱਥੇ ਅਰਦਾਸ ਕਰਕੇ ਹੀ ਪੰਜਾਂ ਸਿੰਘਾਂ ਨੇ ਇਹ ਫੈਸਲਾ ਜਿਹੜਾ ਕੀਤਾ ਹੋਊਗਾ। ਮੈਂ ਐਜ ਇੱਕ ਪ੍ਰਚਾਰਕ, ਐਜ ਏ ਗੁਰਸਿੱਖ, ਐਜ ਇੱਕ ਸ਼੍ਰੋਮਣੀ ਕਮੇਟੀ ਦਾ ਚੁਣਿਆ ਹੋਇਆ ਨੁਮਾਇੰਦਾ, ਔਰ ਉਸ ਤੋਂ ਵੀ ਵੱਡੀ ਫਿਰ ਜਿਵੇਂ ਕਹਿ ਦਈਏ ਐਗਜ਼ੈਕਟਿਵ ਦਾ ਜ਼ਿੰਮੇਵਾਰ ਮੈਂਬਰ, ਮੇਰੇ ਵਿੱਚ ਇਹ ਹਿੰਮਤ ਨਹੀਂ ਕਿ ਮੈਂ ਪੰਜਾਂ ਸਿੰਘਾਂ ਦੇ ਉੱਤੇ ਕਿਸੇ ਕਿਸਮ ਦਾ ਜਿਹੜਾ ਉਹ ਕੀਮਤੂ ਕਰ ਸਕਾਂ। ਗਿਆਨੀ ਰਣਜੀਤ ਸਿੰਘ ਉਹਨਾਂ ਵਿੱਚ ਹੋ ਸਕਦੀ ਹੈ ਤੇ ਉਹ ਆਪਣਾ ਪੱਖ ਦੱਸਣ। ਤੇ ਇਹ ਕਿਉਂਕਿ ਜੇ ਉਹਨਾਂ ਨੇ ਫੈਸਲਾ ਲਿਆ ਤਾਂ ਇਹਦਾ ਮਤਲਬ ਐਡੀ ਤਾਂ ਘੋਰ ਕਲਯੁਗ ਮੈਨੂੰ ਨਹੀਂ ਲੱਗਦਾ ਕਿ ਹਜੇ ਵਰਤਿਆ ਹੈ। ਬਈ ਬਿਲਕੁਲ ਹੀ ਅੱਖਾਂ ਮੀਚ ਕੇ ਕਿਸੇ ਬੰਦੇ ਨਾਲ ਉਹ ਵੀ ਤਖਤ ਤੇ ਬੈਠ ਕੇ ਜਾਤੀ ਕਰ ਦਿੱਤੀ ਹੋਊਗੀ, ਤੇ ਕਿਉਂਕਿ ਦਸਮ ਪਾਤਸ਼ਾਹ ਨਹੀਂ ਕਿਸੇ ਨੂੰ ਮਾਫ਼ ਕਰਨਗੇ। 8 ਘੰਟੇ ਦੀ ਮੀਟਿੰਗ ਚੱਲੀ ਸੀ ਲੰਬੀ, ਉਹਦੇ ਬਾਅਦ ਹੀ ਫੈਸਲਾ ਹੋਇਆ। ਹਾਂ, ਨਹੀਂ, ਉਹ ਦਸਮ ਪਾਤਸ਼ਾਹ ਦਾ ਘਰ ਹੈ, ਇਸ ਕਰਕੇ ਉੱਥੇ ਸੱਚੇ ਹੀ ਸੱਚ ਨਿਬੜਾ। ਤੇ ਜੇ ਪਾਰਸ਼ੈਲਿਟੀ ਵਾਲੀ ਕੋਈ ਗੱਲ ਹੋਊਗੀ ਤਾਂ ਇਹ ਮੈਂ ਤੁਹਾਨੂੰ ਇੱਕ ਮਰਜ਼ਾਦਾ ਜਿਹੜੀ ਪੰਜਾਂ ਪਿਆਰਿਆਂ ਦੀ ਦੱਸ ਕੇ ਹਟਿਆ ਕਿ ਉਹ ਅਰਦਾਸ ਕਰਕੇ ਕਿਸੇ ਗੱਲ ਤੇ ਤੁਰਦੇ ਨੇ। ਔਰ ਇੱਕ ਹੋਰ ਦੇਖੋ, ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਮੰਨ ਲਓ ਮੈਂ ਪੇਸ਼ ਹੋਇਆ, ਮੈਂ ਪੇਸ਼ ਹੋ ਕੇ ਆਪਣਾ ਪੱਖ ਦੱਸਿਆ ਕਿ ਮੇਰੇ 'ਚ ਆਹ ਗਲਤੀ ਹੋਈ, ਆਹ ਗਲਤੀ ਹੋਈ, ਆਹ ਗਲਤੀ ਹੋਈ, ਅੰਮ੍ਰਿਤ ਛਕਾਉਣ ਤੋਂ ਬਾਅਦ ਪੰਜਾਂ ਪਿਆਰਿਆਂ ਵਿੱਚੋਂ ਕੋਈ ਸਿੰਘ ਉਹਨੂੰ ਡਿਕਲੇਅਰ ਨਹੀਂ ਕਰ ਸਕਦਾ ਕਿ ਇਹਦੇ ਵਿੱਚ ਆਹ ਖਾਮੀ ਸੀਗੀ। ਇਹ ਵੀ ਮਰਜ਼ਾਦਾ ਦਸਮ ਪਾਤਸ਼ਾਹ ਦੀ।
ਗੁਰੂ ਸਾਹਿਬ ਨੇ ਸਾਨੂੰ ਕਿੱਡਾ ਵੱਡਾ ਦਾਤ ਦਿੱਤੀ, ਕਿੱਡਾ ਵੱਡਾ ਮਿਸ਼ਨ ਤੇ ਕਿੱਡਾ ਵੱਡਾ ਸਾਨੂੰ ਇਹ ਪੰਥ ਦਿੱਤਾ। ਤੋ ਇਸ ਲਈ ਮੈਂ ਸਮਝਦਾ ਕਿ ਇਹ ਤੋਂ ਵੱਡੀਆਂ ਬਖਸ਼ਾਂ ਕਲਗੀਧਰ ਦੀਆਂ ਸਾਡੇ ਤੇ ਹੋਰ ਕੀ ਹੋ ਸਕਦੀਆਂ ਸੀਗੀਆਂ। ਬਾਬਾ ਜੀ ਮੈਂ ਮਾਫੀ ਚਾਹੁੰਦਾ, ਇੱਕ ਸਵਾਲ ਆਖਰੀ ਮੇਰੇ ਦਿਮਾਗ 'ਚ ਹੁਣੇ ਹੁਣੇ ਆਇਆ ਕਿ ਜਿਵੇਂ ਪੰਜ ਸਿੰਘ ਸਾਹਿਬ ਨੇ, ਚਲੋ ਆਪਾਂ ਨੂੰ ਕਮੈਂਟ ਤਾਂ ਨਹੀਂ ਕਰਨਾ ਚਾਹੀਦਾ, ਲੇਕਿਨ ਫਿਰ ਵੀ ਇੱਕ ਗੱਲ ਆ ਗਈ, ਪੰਜ ਸਿੰਘ ਜਿਵੇਂ ਤੁਸੀਂ ਦੱਸਿਆ ਕਿ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਇੱਕ ਸਮਾਂ ਨਿਰਧਾਰਿਤ ਵੀ ਕੀਤਾ ਜਾਂਦਾ ਆ, ਤਾਂ ਜਦੋਂ ਉੱਥੇ ਤਖਤ ਪਟਨਾ ਸਾਹਿਬ ਤੇ ਇਹਨਾਂ ਨੂੰ ਸਜ਼ਾ ਸੁਣਾਈ ਗਈ ਆ, ਤਨਖਾਹੀਆ ਕਰਾਰ ਦਿੱਤਾ ਗਿਆ, ਤੇ ਉਸ ਤੋਂ ਬਾਅਦ ਕੋਈ ਸਮਾਂ ਨਹੀਂ ਦੱਸਿਆ ਗਿਆ ਵੀ ਕਿੰਨਾ ਚਿਰ ਤੱਕ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਜਾਂ ਕੋਈ ਅਗਲੀ ਕਾਰਵਾਈ ਵਾਸਤੇ, ਇਹੋ ਜਿਹੀ ਗੱਲਬਾਤ ਨਹੀਂ ਹੋਈ। ਇਸ ਬਾਰੇ ਤੁਸੀਂ ਕੋਈ ਕਮੈਂਟ ਕਰ ਸਕਦੇ ਹੋ? ਨਹੀਂ, ਇਹ ਤਾਂ ਹਾਂ, ਜਿਸ ਤਰ੍ਹਾਂ ਤੁਸੀਂ ਦੇਖੋ ਥਮਿੰਦਰ ਆਨੰਦ ਨੂੰ ਤਨਖਾਹੀਆ ਕਰਾਰ ਅਕਾਲ ਤਖਤ ਦਿੱਤਾ ਗਿਆ, ਪਰ ਨਾਲ ਹੀ ਉਹਨੂੰ ਉੱਥੋਂ ਤਰੀਕ ਦਿੱਤੀ ਗਈ ਸੀ ਜੀ। ਤੇ ਮਤਲਬ ਉਹ ਤਰੀਕ ਦਿੱਤੀ ਗਈ ਸੀ ਉਹਨੂੰ ਪੱਖ ਪੇਸ਼ ਕਰਨ ਲਈ, ਪਰ ਕੁਝ ਗੁਨਾਹ ਇਸ ਤਰ੍ਹਾਂ ਦੇ ਹੁੰਦੇ ਨੇ ਜਿਹਦੇ ਵਿੱਚ ਪੰਥ ਇਹ ਮਹਿਸੂਸ ਕਰਦਾ ਕਿ ਇਹਨੂੰ ਮੌਕੇ ਦੀ, ਬਲਕਿ ਉਦੋਂ ਵੀ ਰੌਲਾ ਪਿਆ ਸੀ ਉੱਥੇ ਵੀ, ਇਹਨੂੰ ਮੌਕਾ ਕਾਹਦਾ, ਜਿਹਨੇ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕੀਤੀ ਇਹਨੂੰ ਸਿੱਧਾ ਛੇਕਿਆ ਜਾਵੇ ਪੰਥ 'ਚ। ਜੀ ਠੀਕ ਹੈ ਨਾ ਗੱਲ। ਤੋ ਹੋ ਸਕਦਾ ਕਿ ਪੰਜਾਂ ਪਿਆਰਿਆਂ ਨੂੰ ਇਹ ਲੱਗਿਆ ਹੋਵੇ ਉਹਨਾਂ ਨੇ ਵੀ ਇਹ ਜੁਰਮ ਹੋਇਆ ਵੀ ਇਹਦੇ ਵਿੱਚ ਇਹਨਾਂ ਦੇ ਪੱਖ ਦੀ ਲੋੜ ਨਹੀਂ, ਕਿਉਂਕਿ ਪੱਖ ਜਦੋਂ ਤੁਸੀਂ ਕਹਿੰਦੇ ਵੀ ਆਪਣਾ ਦੇ ਚੁੱਕੇ ਨੇ, ਇਹ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਉੱਥੇ ਪੇਸ਼ ਨਹੀਂ ਹੁੰਦੇ। ਜਦੋਂ ਆਲਰੇਡੀ ਉਹ ਪੇਸ਼ ਹੋ ਕੇ ਆਪਣੀ ਫਾਈਲ ਦੇ ਚੁੱਕੇ ਨੇ, ਇਸ ਕਰਕੇ ਉਹਨਾਂ ਨੂੰ ਦਿੱਤਾ ਗਿਆ, ਤਾਂ ਗੱਲ ਤਾਂ ਹੁਣ ਅੱਗੇ ਸਜ਼ਾ ਲਵਾਉਂਦੀ ਹੈ। ਜੀ। ਚਲੋ ਠੀਕ ਹੈ ਬਾਬਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਵਡਮੁੱਲੀ ਜਾਣਕਾਰੀ ਦਿੱਤੀ। ਧੰਨਵਾਦ ਜੀ ਤੁਹਾਡਾ। ਆਪ ਜੀ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਮੈਂਬਰ ਐਗਜ਼ੀਕਿਊਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਇਹਨਾਂ ਨੇ ਇੱਕ ਮਿਸਾਲ ਵੀ ਦਿੱਤੀ ਆ ਕਿ ਜੇ ਹੁਣ ਕਈ ਸੰਗਤਾਂ ਪੁੱਛ ਰਹੀਆਂ ਸੀ, ਮੰਨ ਲਓ ਅਸੀਂ ਹੁਣ ਸਿੰਘ ਸਾਹਿਬ ਦੀ ਗੱਲ ਨਹੀਂ ਕਰ ਰਹੇ, ਕਿਸੇ ਵੀ ਵਿਅਕਤੀ ਵੱਲੋਂ ਦਸਵੰਧ ਦੀ ਮਾਇਆ ਦੀ ਜੇ ਦੁਰਵਰਤੋਂ ਹੁੰਦੀ ਆ ਤਾਂ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਆ, ਤਾਂ ਉਸ ਤੋਂ ਬਾਅਦ ਜੇ ਨੌਬਤ ਆਉਂਦੀ ਹੈ ਤਾਂ ਪੰਥ ਤੋਂ ਛੇਕ ਦਿੱਤਾ ਜਾਂਦਾ। ਪੰਥ ਤੋਂ ਛੇਕਣ ਦਾ ਭਾਵ ਇਹ ਆ ਕਿ ਫਿਰ ਕਿਸੇ ਕਿਸਮ ਦਾ ਵੀ ਕੋਈ ਵੀ ਸਿੱਖ ਉਸ ਬੰਦੇ ਨਾਲ ਫਤਿਹ ਨਹੀਂ ਬੁਲਾਏਗਾ, ਕਿਸੇ ਕਿਸਮ ਦੀ ਕੋਈ ਸਾਂਝ ਨਹੀਂ ਰੱਖੇਗਾ, ਮੁਕੰਮਲ ਬਾਈਕਾਟ ਹੁੰਦਾ ਆ। ਫਿਰ ਵੀ ਉਹ ਸਾਡੇ ਪੰਥ ਦਾ, ਜਿਵੇਂ ਰਾਮ ਰਾਏ ਹੁਣੀ ਨੇ, ਪ੍ਰਿਥੀ ਚੰਦ ਹੁਣੀ ਨੇ, ਜਾਂ ਹੋਰ ਧੀਰ ਮਲੀਏ, ਮਸੰਦ, ਜਿਨ੍ਹਾਂ ਨੂੰ ਅੱਜ ਕੱਲ ਜਦੋਂ ਵੀ ਕੋਈ ਗੁਨਾਹ ਹੁੰਦਾ ਤਾਂ ਸਿੱਖ ਕਹਿ ਦਿੰਦੇ ਨੇ ਕਿ ਤਾਂ ਮਸੰਦ ਹੈ, ਧੀਰ ਮਲੀਆ ਹੈ, ਰਾਮ ਰਾਈਆ, ਹਨਾ। ਸੋ ਉਸ ਕਿਸਮ ਦੀ ਉਸ ਕੈਟਾਗਰੀ ਵਿੱਚ ਵਿਅਕਤੀ ਸ਼ਾਮਲ ਹੋ ਜਾਂਦਾ। ਤੇ ਇੱਕ ਇਹ ਸੋਸ਼ਲ ਦਬਾਅ ਆ, ਤੁਸੀਂ ਇਹ ਦਬਾਅ ਦੇਖਿਆ ਹੋਣਾ ਕਿ ਸਰਸੇ ਵਾਲੇ ਨੇ ਵੀ ਪਤਾ ਨਹੀਂ ਕਿੰਨੀ ਚਾਰਾ ਰਜੋਈ ਕੀਤੀ ਹੋਊਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਮੰਗੀ, ਤੇ ਉਹਨਾਂ ਨੇ ਮਾਫੀ ਦੇਣ ਦਾ ਉਸ ਸਮੇਂ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਪ੍ਰਭਾਵ ਹੇਠ ਜਿਵੇਂ ਇਲਜ਼ਾਮ ਲੱਗਦੇ ਨੇ ਕਿ ਮਾਫੀ ਵੀ ਦਿੱਤੀ, ਤਾਂ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਮਿਸਾਲ ਸੀ ਕਿ ਕਿੰਨਾ ਜ਼ਿਆਦਾ ਪ੍ਰੈਸ਼ਰ ਸਰਸੇ ਵਾਲੇ ਦੇ ਉੱਪਰ ਵੀ ਪਿਆ ਹੋਏਗਾ। ਸੋ ਇਸੇ ਕਿਸਮ ਦਾ ਹੀ ਪ੍ਰੈਸ਼ਰ ਸਰਦਾਰ ਅਵਤਾਰ ਸਿੰਘ ਹਿੱਤ, ਜਿਨ੍ਹਾਂ ਦੀ ਮਿਸਾਲ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜੀ ਨੇ ਦਿੱਤੀ ਆ, ਕਿ ਜਦੋਂ ਉਹਨਾਂ ਨੇ ਸਕੂਲ ਦੇ ਉੱਪਰ ਕਬਜ਼ਾ ਕੀਤਾ ਤੇ ਉਸ ਨੂੰ ਛਡਾਉਣ ਵਾਸਤੇ ਭਾਈ ਰਣਜੀਤ ਸਿੰਘ ਹੁਣਾਂ ਨੇ, ਉਸ ਸਮੇਂ ਦੇ ਜਥੇਦਾਰ ਅਕਾਲ ਤਖਤ ਸਾਹਿਬ ਜੀ, ਉਹਨਾਂ ਨੇ ਪੰਥ ਚੋਂ ਛੇਕ ਦਿੱਤਾ। ਤੇ ਉਸ ਸੋਸ਼ਲ ਪ੍ਰੈਸ਼ਰ ਦੇ ਵਿੱਚ ਆ ਕੇ ਉਹਨਾਂ ਨੂੰ ਫਿਰ ਸਕੂਲ ਵਾਪਸ ਕਰਕੇ ਆਪਣੀ ਜਿਹੜੀ ਭੁੱਲ ਬਖਸ਼ਾਉਣੀ ਪਈ ਤੇ ਦੁਬਾਰਾ ਫਿਰ ਪੰਥ ਦੇ ਵਿੱਚ ਮਾਨ ਸਨਮਾਨ ਹਾਸਲ ਕੀਤਾ, ਤੇ ਬਤੌਰ ਆਪਣੀਆਂ ਇਸ ਸੰਸਾਰ ਤੋਂ ਜਾਣ ਤੱਕ ਉਹ ਸੇਵਾਵਾਂ ਦਿੰਦੇ ਰਹੇ ਤਖਤ ਪਟਨਾ ਸਾਹਿਬ ਕਮੇਟੀ ਦੇ ਬਤੌਰ ਪ੍ਰਧਾਨ ਦੇ ਵਜੋਂ। ਸੋ ਇਸ ਕਿਸਮ ਦੇ ਪ੍ਰੈਸ਼ਰ ਦੇ ਨਾਲ, ਸੋ ਇਹ ਇੱਕ ਸਿੱਖਾਂ ਦੀ, ਮੈਂ ਕਹੂੰਗਾ ਕਿ ਬੜੀ ਵੱਡੀ ਆਪਸੀ ਏਕਤਾ ਦੀ ਮਿਸਾਲ ਆ ਕਿ ਜਦੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਤਾਂ ਫਿਰ ਬੰਦਾ ਘੜੇ, ਜਿਵੇਂ ਹੁੰਦਾ ਕਿ ਕਿਸੇ ਘੜੇ ਦਾ ਢੱਕਣ ਨਹੀਂ ਰਹਿੰਦਾ, ਉਹ ਫਿਰ ਆਪਣੇ ਆਪ ਦੇ ਵਿੱਚ ਹੀ ਰਹਿ ਸਕਦਾ ਹੈ ਤੇ ਸ਼ਰਮਿੰਦਾ ਜਿਹਾ ਹੋ ਕੇ, ਬੇਸ਼ਰਮ ਹੋ ਕੇ ਵਿਅਕਤੀ ਸਮਾਜ ਦੇ ਵਿੱਚ ਰਹਿ ਸਕਦਾ ਆ। ਸੋ ਇਹ ਸਿੱਖਾਂ ਦੀ ਇੱਕ ਏਕਤਾ ਹੈ ਵੀ ਉਸ ਵਿਅਕਤੀ ਨੂੰ ਫਿਰ ਦੁਬਾਰਾ ਮੂੰਹ ਨਹੀਂ ਲਾਇਆ ਜਾਂਦਾ। ਹਾਂ, ਕੁਝ ਬੇਗੈਰਤ ਕਿਸਮ ਦੇ ਹੁੰਦੇ ਵੀ ਨੇ ਜਿਹੜੇ ਨਹੀਂ ਮੰਨਦੇ ਕਿਸੇ ਵੀ ਸੰਸਥਾ ਨੂੰ, ਕੋਈ ਧਾਰਮਿਕ ਮਰਿਆਦਾ ਨਹੀਂ ਮੰਨਦੇ, ਉਹੋ ਜਿਹੇ ਲੋਕ ਜਾ ਵੀ ਸਕਦੇ ਨੇ। ਹੋ ਸਕਦਾ ਹੈ ਵੀ ਕੋਈ ਰਾਮ ਰਾਏ ਦੇ ਨਾਲ ਹੀ ਕੁਝ ਬਗੈਰਤ ਕਿਸਮ ਦੇ ਭੁੱਲੜ ਸਿੱਖ ਗਏ ਹੋਣ ਉਸ ਸਮੇਂ, ਬਾਅਦ ਚ ਭਾਵੇਂ ਆ ਵੀ ਗਏ ਹੋਣ, ਲੇਕਿਨ ਬੜੀਆਂ ਚੀਜ਼ਾਂ ਨੇ। ਪ੍ਰਿਥੀ ਚੰਦ ਦੇ ਨਾਲ ਵੀ ਕੁਝ ਹੈਗੇ ਸੀ, ਧੀਰ ਮੱਲੀਆਂ ਦੇ ਨਾਲ ਵੀ ਕੁਝ ਹੈਗੇ ਸੀ ਜਿਹੜੇ ਗੁਰੂ ਸਾਹਿਬ ਦੇ ਖਿਲਾਫ ਕੰਮ ਕਰਦੇ ਰਹੇ ਨੇ। ਸੋ ਇਹ ਇੱਕ ਗਰੁੱਪ ਵੀ ਹੋ ਸਕਦਾ ਆ, ਲੇਕਿਨ ਸਿੱਖਾਂ ਦੀ ਏਕਤਾ ਦੇ ਸਾਹਮਣੇ ਵੱਡੇ ਵੱਡੇ ਲੋਕਾਂ ਨੂੰ ਝੁਕਣਾ ਪਿਆ। ਸੋ ਜਿਹੜਾ ਵੀ ਵਿਅਕਤੀ ਗੁਰੂ ਘਰ ਦੇ ਨਾਲ ਮੱਥਾ ਲਾਉਂਦਾ ਤਾਂ ਸਿੱਖ, ਜਦੋਂ ਉਹਨੂੰ ਪੰਥ ਚੋਂ ਛੇਕ ਦਿੱਤਾ ਜਾਂਦਾ ਤਾਂ ਇੱਕ ਆਪਣੀ ਏਕਤਾ ਦੀ, ਏਕੇ ਦੀ ਪਾਵਰ ਦੇ ਨਾਲ, ਏਕੇ ਦੀ ਸ਼ਕਤੀ ਦੇ ਨਾਲ ਉਸ ਵਿਅਕਤੀ ਨੂੰ ਝੁਕਾ ਲੈਂਦੇ ਨੇ। ਇਹ ਇੱਕ ਬੜੀ ਵੱਡੀ, ਇੱਕ ਪੀਸਫੁਲੀ ਡੈਮੋਕ੍ਰੈਟਿਕ ਸਿੱਖਾਂ ਦਾ ਵੇ ਜਿਹੜਾ ਸਾਨੂੰ ਸਿੱਖਾਂ ਦੀ ਝੋਲੀ ਦੇ ਵਿੱਚ ਗੁਰੂ ਸਾਹਿਬ ਨੇ ਪਾਇਆ। ਸੋ ਇਹ ਵੀ ਇੱਕ ਰਸਤਾ ਹੈਗਾ
ਵਿਅਕਤੀ ਨੂੰ ਦੋਸ਼ੀ ਗਰਦਾਨ ਦਿੱਤੇ ਗਏ ਵਿਅਕਤੀ ਦੇ ਉੱਪਰ ਪ੍ਰੈਸ਼ਰ ਪਾਉਣ ਦਾ। ਸੋ ਭੁੱਲ ਚੁੱਕ ਦੀ ਖਿਮਾ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦਾ ਵੀ ਕਾਫੀ ਰੁਝੇਵੇਂ ਸੀ ਤੇ ਬੜੀ ਮੁਸ਼ਕਲ ਨਾਲ ਇਹਨਾਂ ਕੋਲੋਂ ਸਮਾਂ ਮਿਲਿਆ। ਇਹਨਾਂ ਦੀ ਅੱਜ ਕੁਝ ਕਾਫੀ ਮੀਟਿੰਗਾਂ ਸੀ, ਸੋ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ। ਸੋ ਕੋਈ ਹੋਰ ਵੀ ਸੰਗਤ ਦੇ ਸੁਝਾਅ ਹੋਣ, ਸਵਾਲ ਹੋਣ ਤਾਂ ਕਿਰਪਾ ਕਰਕੇ ਫੋਨ ਕਰਕੇ WhatsApp ਦੇ ਉੱਪਰ ਜਾਂ ਕਮੈਂਟਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ, ਤਾਂ ਕਿ ਅਸੀਂ ਜ਼ਿੰਮੇਵਾਰ ਵਿਅਕਤੀਆਂ ਦੇ ਕੋਲ, ਜਾਣਕਾਰ ਵਿਅਕਤੀਆਂ ਦੇ ਕੋਲ ਇਹ ਸਵਾਲ ਉਠਾ ਸਕੀਏ ਔਰ ਜਾਣਕਾਰੀ ਖੁਦ ਵਾਸਤੇ ਵੀ ਲੈ ਸਕੀਏ ਔਰ ਸੰਗਤ ਦੇ ਸਾਹਮਣੇ ਵੀ ਇਹ ਜਾਣਕਾਰੀ ਰੱਖ ਸਕੀਏ, ਤਾਂ ਕਿ ਇੱਕ ਲੋਕਾਂ ਦੇ ਵਿੱਚ ਚੰਗੇ ਤਰੀਕੇ ਦੀ ਸਿੱਖਾਂ ਦੀਆਂ ਜਿਹੜੀਆਂ ਵਡਮੁੱਲੀਆਂ ਸੰਸਥਾਵਾਂ ਨੇ, ਵਡਮੁੱਲੀਆਂ ਰੀਤਾਂ ਨੇ, ਪਰੰਪਰਾਵਾਂ ਨੇ, ਉਹਨਾਂ ਦੇ ਪ੍ਰਤੀ ਜਾਗਰੂਕਤਾ ਆਵੇ ਤੇ ਕਾਇਮ ਵੀ ਰਹਿ ਸਕਣ। ਭੁੱਲ ਚੁੱਕ ਦੀ ਮਾਫੀ, ਕੋਈ ਸ਼ਬਦ ਕਿਸੇ ਪ੍ਰਤੀ ਵੀ ਗਲਤ ਬੋਲਿਆ ਗਿਆ ਹੋਵੇ ਤਾਂ ਉਹਦੀ ਮੈਂ ਮਾਫੀ ਮੰਗਦਾ। ਹਾਲਾਂਕਿ ਕੋਈ ਭਾਵਨਾ ਨਹੀਂ ਸੀ ਕਿਸੇ ਬਾਰੇ ਇਦਾਂ ਬੋਲਣ ਦੀ, ਲੇਕਿਨ ਫਿਰ ਵੀ ਬੋਲਿਆ ਜਾਂਦਾ, ਮੈਂ ਉਹਦੀ ਮਾਫੀ ਮੰਗਦਾ। ਸੋ ਦਿਓ ਇਜਾਜ਼ਤ, ਧੰਨਵਾਦ ਜੀ।